ਇਹ ਉਹ ਸਮਾਂ 1877 ਦਾ ਜਦੋਂ ਸਿੱਖਾਂ ਬਾਰੇ ਸਭ ਤੋਂ ਜ਼ਿਆਦਾ ਗਲਤ ਪ੍ਰਚਾਰ ਹੋਇਆ, ਸਭ ਤੋਂ ਜ਼ਿਆਦਾ ਗਲਤ ਵਿਆਖਿਆ ਸਿੱਖ ਸਿਧਾਂਤਾਂ ਦੀ ਜਿਹੜੀ ਹੋਈ ਹੈ ਉਹ ਇਸ ਟਾਈਮ ਤੇ ਹੋਈ। ਆਰੀਆ ਸਮਾਜੀ ਕਹਿੰਦੇ ਸਨ ਕਿ ਸਿੱਖ ਧਰਮ ਤਾਂ ਕੋਈ ਧਰਮ ਹੀ ਨਹੀਂ ਹੈ, ਇਹਨਾਂ ਨੂੰ ਤੇ ਆਉਂਦਾ ਹੀ ਕੱਖ ਨਹੀਂ ਸੀ। ਸਵਾਮੀ ਦਇਆਨੰਦ ਨੇ ਕਿਤਾਬ ਲਿਖੀ ਸਤਿਆਰਥ ਪ੍ਰਕਾਸ਼, ਉਹਦੇ ਵਿੱਚ ਕਿਹਾ ਗੁਰੂ ਨਾਨਕ ਨੂੰ ਤਾਂ ਸੰਸਕ੍ਰਿਤ ਹੀ ਨਹੀਂ ਆਉਂਦੀ, ਉਹ ਤੇ ਅਨਪੜ੍ਹ ਬੰਦਾ ਸੀ। ਜਿਹੜੇ ਮੁਸਲਮਾਨ ਸਨ ਉਹ ਕਹਿਣ ਲੱਗ ਪਏ ਕਿ ਗੁਰੂ ਨਾਨਕ ਤੇ ਮੁਸਲਮਾਨ ਸੀ, ਹਿੰਦੂ ਕਹਿਣ ਲੱਗ ਪਏ ਉਹ ਤਾਂ ਹਿੰਦੂ ਸੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਟਰੰਪ ਨੇ ਵੀ ਇਹ ਗੱਲ ਲਿਖ ਦਿੱਤੀ ਕਿ ਉਹ ਇੱਕ ਹਿੰਦੂ ਫਕੀਰ ਸੀ। ਤੁਸੀਂ ਹੈਰਾਨ ਹੋਵੋਗੇ ਕਿ ਡਿਕਸ਼ਨਰੀ ਹੈ, ਡਿਕਸ਼ਨਰੀ ਆਫ ਇਸਲਾਮ, ਲੰਡਨ ਤੋਂ ਛਪਦੀ ਹੈ। ਮੇਰੇ ਇੱਕ ਵੀਰ ਮੇਰੇ ਨਾਲ ਡਿਕਸ਼ਨਰੀ ਬਾਰੇ ਵਿਚਾਰਾਂ ਕਰ ਰਹੇ ਸੀ ਬਾਹਰ, ਤਾਂ ਮੈਂ ਤੁਹਾਨੂੰ ਦੱਸਦਾ ਕਿ ਡਿਕਸ਼ਨਰੀਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਐਂਟਰੀਆਂ ਨੇ। ਡਿਕਸ਼ਨਰੀ ਆਫ ਇਸਲਾਮ ਜਿਹੜੀ ਲੰਡਨ ਤੋਂ ਛਪਦੀ ਹੈ, ਉਹਦੇ 'ਚ 21 ਸਫ਼ੇ ਦੀ ਐਂਟਰੀ ਸਿੱਖੀਜ਼ਮ ਦੀ ਹੈ। ਤੁਸੀਂ ਹੁਣ ਹੈਰਾਨ ਹੋਵੋਗੇ ਕਿ ਡਿਕਸ਼ਨਰੀ ਇਸਲਾਮ ਦੀ ਹੈ ਤੇ 21 ਸਫ਼ੇ ਉਹਦੇ 'ਚ ਸਿੱਖੀਜ਼ਮ ਨੂੰ ਕਿਉਂ ਦਿੱਤੇ ਨੇ? ਉਹ ਸਿੱਖੀਜ਼ਮ ਨੂੰ ਇਸ ਕਰਕੇ ਦਿੱਤੇ ਨੇ, ਉਹ ਕਹਿੰਦੇ ਇਹ ਇਸਲਾਮਿਕ ਸੈਕਟ ਹੈ, ਇਹ ਤੇ ਇਸਲਾਮ ਦਾ ਫਿਰਕਾ ਹੈ ਇੱਕ। ਗੁਰੂ ਨਾਨਕ ਸਾਹਿਬ ਤਾਂ ਮੁਸਲਮਾਨ ਸਨ, ਉਹ ਮੱਕੇ ਹੱਜ ਕਰਨ ਗਏ ਸੀ। ਹੀ ਵਾਜ਼ ਏ ਮੁਸਲਿਮ ਸੇਂਟ, ਮੁਸਲਿਮ ਫਕੀਰ। ਉਹਨਾਂ ਦਾ ਇੱਕ ਮੁਸਲਮਾਨ ਗੁਰੂ ਸੀ ਜਿਹੜਾ ਕਿ ਇਰਾਕ ਦੇ ਵਿੱਚ ਰਹਿੰਦਾ ਸੀ, ਉਹਦਾ ਨਾਂ ਸੀ ਮੁਰਾਦ। ਇਹ ਲਿਖਿਆ ਹੋਇਆ ਸੀ ਉਹਦੇ 'ਚ 21 ਸਫ਼ਿਆਂ ਦੀ। ਹੁਣ ਉਹ ਮੇਰੇ ਵੀਰ ਮੈਨੂੰ ਕਹਿ ਰਹੇ ਸੀ ਇਹ ਜਿਹੜੀਆਂ ਗਲਤ ਐਂਟਰੀਆਂ ਛਪਦੀਆਂ ਨੇ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਲੰਡਨ 'ਚ ਛਪਦੀ ਹੈ। ਜੇ ਭਾਰਤ 'ਚ ਹੁੰਦੀ ਤਾਂ ਅਸੀਂ ਸ਼ਾਇਦ 2 ਦਿਨ ਰੌਲਾ ਪਾਉਂਦੇ ਤਾਂ ਸ਼ਾਇਦ ਬੰਦ ਵੀ ਹੋ ਜਾਂਦੀ ਕਿਤਾਬ। ਹੁਣ ਉਹ ਲੰਡਨ ਵਾਲੇ ਤੱਕ ਸਾਡੀ ਗੱਲ ਨਹੀਂ ਪਹੁੰਚਦੀ। 100 ਸਾਲ ਹੋ ਗਿਆ ਉਹ ਡਿਕਸ਼ਨਰੀ ਛਪਦਿਆਂ, ਮੈਂ ਤੁਹਾਨੂੰ ਦੱਸਾਂ 100 ਸਾਲ ਇਸੇ ਟਾਈਮ ਦੀ ਹੈ ਜਿਹਦੀ ਮੈਂ ਗੱਲ ਕਰ ਰਿਹਾ ਨਾ, 1877। ਇਹਦੇ ਨੇੜੇ ਤੇੜੇ ਹੀ ਉਹ ਡਿਕਸ਼ਨਰੀ ਬਣੀ ਹੈ ਔਰ ਅੱਜ ਤੱਕ ਉਹ ਹੂ ਬਹੂ ਛਪ ਰਹੀ ਹੈ। ਸਿੱਖ ਵਿਆਖਿਆ ਬੜੇ ਗਲਤ ਢੰਗਾਂ ਨਾਲ ਹੋਈ ਹੈ ਔਰ ਸਭ ਤੋਂ ਜ਼ਿਆਦਾ ਇਹ ਪੀਰੀਅਡ ਹੈ ਜਿਹਦੇ 'ਚ ਸਿੱਖ ਵਿਆਖਿਆਕਾਰੀ ਗਲਤ ਹੋਈ ਹੈ ਔਰ ਇਹਦੇ ਕਰਕੇ ਹੀ ਸਿੰਘ ਸਭਾ ਲਹਿਰ ਇਸ ਵੇਲੇ ਪੈਦਾ ਹੁੰਦੀ ਹੈ। ਟਰਾਈ ਟੂ ਅੰਡਰਸਟੈਂਡ, ਇਹ ਚੈਲੰਜ ਹੈ ਉਸ ਵੇਲੇ ਸਿੱਖੀਜ਼ਮ ਨੂੰ ਕਿ ਵਿਆਖਿਆ ਗਲਤ ਹੋ ਰਹੀ ਹੈ ਤੇ ਸਿੱਖਾਂ ਦੀ ਸਹੀ ਵਿਆਖਿਆ, ਪ੍ਰਮਾਣਿਕ ਵਿਆਖਿਆ ਕੀਤੀ ਜਾਵੇ। ਇਹਦੇ ਲਈ ਪੜ੍ਹੇ ਲਿਖੇ ਬੰਦਿਆਂ ਨੂੰ ਆਵਾਜ਼ ਮਾਰੀ ਗਈ ਕਿ ਭਾਈ ਸਿੱਖ ਧਰਮ ਬੜਾ ਖਤਰੇ 'ਚ ਹੈ। ਹਿੰਦੂ ਕਹੀ ਜਾ ਰਹੇ ਸਿੱਖੀ ਹਿੰਦੂਇਜ਼ਮ ਹੈ, ਮੁਸਲਮਾਨ ਕਹੀ ਜਾ ਰਹੇ ਇਹ ਹੈ। ਹੁਣ ਅੱਜ ਕੱਲ੍ਹ ਕਾਮਰੇਡ ਕਹਿਣ ਲੱਗ ਪਏ ਗੁਰੂ ਨਾਨਕ ਸਾਹਿਬ ਤਾਂ ਬੜੇ ਵੱਡੇ ਕਮਿਊਨਿਸਟ ਸੀ। ਵੈਸੇ ਮੈਂ ਇਹਨੂੰ ਦੂਜੇ ਤਰੀਕੇ ਨਾਲ ਵੀ ਕਹਿਣਾ, ਦੁਨੀਆ ਦਾ ਕੇਵਲ ਇੱਕੋ ਇੱਕ ਇਹ ਮਹਾਂਪੁਰਸ਼ ਹੈ ਜਿਹਨੂੰ ਹਰ ਕੋਈ ਅਪਣਾਉਣਾ ਚਾਹੁੰਦਾ। ਜਿਸ ਤੋਂ ਕੋਈ ਮੁਨਕਰ ਨਹੀਂ, ਉਹ ਕਹਿੰਦਾ ਨਹੀਂ ਇਹ ਮੇਰਾ ਹੈ। ਸੌਰੀ, ਇਹ ਪ੍ਰਾਪਤੀ ਹੈ ਗੁਰੂ ਨਾਨਕ ਸਾਹਿਬ ਦੀ, ਪਰੰਤੂ ਗਲਤ ਰਿਪਰਜੈਂਟੇਸ਼ਨ ਵੀ ਹੋਈ ਹੈ ਵਿਆਖਿਆ ਦੇ ਵਿੱਚ। ਸਿੱਖ ਸਿਧਾਂਤਾਂ ਨੂੰ ਤੋੜ ਮੋੜ ਕੇ, ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਦੁਨੀਆ ਦੇ ਸਾਹਮਣੇ ਰੱਖਿਆ ਗਿਆ। ਸਾਡੀ ਆਵਾਜ਼ ਅਜੇ ਉਸ ਲੈਵਲ ਦੀ ਨਹੀਂ ਜਿਸ ਲੈਵਲ ਦੀ ਡਿਕਸ਼ਨਰੀ ਆਫ ਇਸਲਾਮ ਦੀ ਆਵਾਜ਼ ਹੈ। ਯਤਨ ਕਰ ਰਹੇ ਹਾਂ ਅਸੀਂ ਛੇਤੀ ਨਾਲ ਉਹਨਾਂ ਨੂੰ ਕੰਪੀਟ ਕਰਨ ਦੀ ਕਿ ਐਨਸਾਈਕਲੋਪੀਡੀਆਜ਼ ਬਣ ਰਹੇ ਨੇ, ਸਾਡੀਆਂ ਵੀ ਡਿਕਸ਼ਨਰੀਆਂ ਬਣ ਰਹੀਆਂ ਨੇ, ਯੂਨੀਵਰਸਿਟੀਆਂ। ਪਰ ਸਾਨੂੰ ਹੋਸ਼ ਬੜੀ ਲੇਟ ਆਈ ਹੈ, ਸਾਨੂੰ ਹੋਸ਼ ਬੜੀ ਲੇਟ ਆਈ ਹੈ। ਤੁਹਾਨੂੰ ਲੱਗਦਾ ਜਦੋਂ 1877 ਦੇ ਵਿੱਚ ਟਰੰਪ ਨੇ ਆਦਿ ਗ੍ਰੰਥ ਲਿਖੀ, ਸਾਡੇ ਬਾਰੇ ਲਿਖਿਆ 1000 ਸਫ਼ੇ ਦੀ ਕਿਤਾਬ, ਕਿੰਨੇ ਸਿੱਖਾਂ ਨੂੰ ਅੰਗਰੇਜ਼ੀ ਆਉਂਦੀ ਹੋਏਗੀ? ਇਮੈਜਿਨ ਕਰ ਸਕਦੇ? ਕੁਝ ਚੰਦ ਸਿੱਖ ਹੋਣਗੇ ਉਸ ਵੇਲੇ ਜਿਨ੍ਹਾਂ ਨੂੰ ਸ਼ਾਇਦ ਅੰਗਰੇਜ਼ੀ ਆਉਂਦੀ ਹੋਵੇ। ਤਾਂ ਸਿੰਘ ਸਭਾ ਲਹਿਰ ਨੇ ਆਵਾਜ਼ ਮਾਰੀ ਪੜ੍ਹੇ ਲਿਖੇ ਸਿੱਖਾਂ ਨੂੰ ਕਿ ਭਾਈ ਹੁਣ ਕੁਛ ਕਰੀਏ, ਜਾਗੀਏ, ਆਪਣੀਆਂ ਡਿਊਟੀਆਂ ਸੰਭਾਲੀਏ, ਠੀਕ ਵਿਆਖਿਆ ਜਿਹੜੀ ਸਿੱਖੀ ਦੀ ਹੈ ਉਹ ਦੁਨੀਆ ਦੇ ਸਾਹਮਣੇ ਲਿਆਈਏ। ਤਾਂ ਤਟਫਟ ਤੇ ਹੋ ਨਹੀਂ ਸੀ ਸਕਦਾ, ਅੰਗਰੇਜ਼ੀ ਪੜ੍ਹੇ ਲਿਖੇ ਬੰਦੇ ਹੈ ਨਹੀਂ ਸਨ। ਸਭ ਤੋਂ ਪਹਿਲਾਂ ਤਾਂ ਇੱਕ ਅੰਗਰੇਜ਼ ਨੂੰ ਹੀ ਹਾਇਰ ਕੀਤਾ ਗਿਆ, ਹਾਇਰ ਸਮਝਦੇ ਹੋ ਨਾ, ਉਹਨੂੰ ਮਨਾਇਆ ਗਿਆ
कि भाई भले मानसा साड़ी मदद कर। वो सी मैक्स आर्थर मैकॉलिफ, मैक्स आर्थर मैकॉलिफ। उन्हें किताब लिखी 6 वाल्यूम दे विच दास सिख रिलीजन, और भाई कान सिंह नाभे वर्गे विद्वानां ने उहदे कोल बह के उन्होंने दस्या कि प्रमाणिक सिख धर्म की है, सही सिख धर्म की है। फिर उन्हें उहदां कोलों सुन के ते अंग्रेजी दे विच वो वाल्यूम लिखा। वो हुण वाल्यूम पंजाबी च भी अवेलेबल है, पंजाबी यूनीवर्सिटी पटियाला दे विच उहदा तर्जमा भी हो गया, और अंग्रेजी दे विच वो अजकल बड़ा सस्ता इत्थों मिल रहा जे दिल्ली दे विच। इत्थे एक लो प्राइस पब्लीकेशन है, लो प्राइस उहदा नाम ही है, लो प्राइस पब्लीकेशन। वो पुरानियां किताबां बहुत सस्ती कीमत ते दोबारा रीप्रिंट कर रहे। वो किताब तुसीं इत्थों लै सकदे हो 6 वाल्यूम दे, मेरे ख्याल हार्डली 500-700 की किताब है वो। पर वो मैकालफ की किताब जिहड़ी है वो सिख व्याख्याकारी जिहड़ी अथेंटिक है, ਉਹਦੇ 'ਚੋਂ पहला ਵੱਡਾ यतन सिखां ਵੱਲੋਂ ਕੀਤਾ ਗਿਆ। हालांकि वो राइटर वो अंग्रेज ही सी, परंतु उन्हें बड़ी दयानतदारी नाल सुन च आउंदा कि शायद उन्हें आखिरी समय दे विच अमृत भी छक लिया सी मरण तो पहला। बट मैं ये बारे श्योर नहीं हाँ, मैं कितों पढ़िया थोड़े दिन पहला किसी लेख च कि मरण तो पहला उन्हें ये कहा सी कि मेरा संस्कार जिहड़ा वो क्रिश्चन रस्मां नाल नहीं सिख रस्मां नाल कीता जावे। तो उत्थों कुछ लोगों ने अंदाजा लाया कि वो सिख बन चुकिया सी। मेरा ख्याल है अमृत नाम ही छकिया होवे वैसे, सॉरी टू से। जिन्हें इन्ना सिक्खी की सेवा की वो सिख है ही है, गुरु की बख्शिश है, वो तो है ही है। तो सिंह सभा वालियां ने इस पासे फिर बड़ा हमला मारिया, और बहुत अच्छे विद्वान उस वेले सिंह सभा के प्लेटफार्म तो अगे आए ने, जिन्हां दे विच भाई वीर सिंह एक ने, जिन्हां ने संथਿਆ पोथियां लिखियां ने श्री गुरु ग्रंथ साहब दियां, परंतु वो मुकम्मल टीका नहीं लिख सके गुरु ग्रंथ साहब का। मेरे ख्याल च 7 ਜਾਂ 8 पोथियां वो तैयार कीतियां, वो नहीं परमात्मा नूं पाया ਜਾਂ ਉਹਨਾਂ ਦੀ मर्जी नहीं परमात्मा की हुई, वो पूरा नहीं कर सके। परंतु प्रोफैसर साहब सिंह जी ने श्री गुरु ग्रंथ साहब दर्पण दियां 10 पोथियां दे विच पूरा गुरु ग्रंथ साहब का जिहड़ा जिवें कि मैं पहलां दस्सिया कि एक मुकम्मल टीका उहदे च जिहड़े टीके दे सारे गुण जिहड़े ने उहनां दे विच ओह मिलदे ने, टीके दे विच ओह मिलदा साडे कोल। उसे टाइम दे विच एक बहुत ही सियाणा बंदा प्रिंसीपल तेजा सिंह, वो महिंद्रा कॉलेज पटियाला के प्रिंसीपल भी रहे, और खालसा जदों वो सिख धर्म का जो काम किया व्याख्या की है उन्होंने, उदों खालसा कॉलेज अमृतसर के विच अंग्रेजी के प्रोफैसर सन, अंग्रेजी के। और तुहानूं मैं एक बड़ी इंटरस्टिंग गल दसां, इसे टाइम के उत्ते एक होर विद्वान बड़े नामवर आए ने सामने, उन्हों का नाम है भाई जोध सिंह, उन्होंने भाई जोध सिंह कहा जाता है, और वो पंजाबी यूनीवर्सिटी पटियाला के पहले वाइस चांसलर बने ने। भाई जोध सिंह ने सिख धर्म के उत्ते बड़ियां अच्छियां किताबां लिखियां, परंतु भाई जोध सिंह तुहानूं ये जान के हैरानी होएगी, मैं बच्चों को ये गल खास करके दस रहा कि वो मैथेमैटिक्स के प्रोफैसर सीगे, और मैथेमैटिक्स के प्रोफैसर होंदियां इंग्लिश के प्रोफैसर होंदियां इन्होंने सिखिज्म के उत्ते बहुत अच्छियां किताबां जिहड़ियां ने, जिहड़ियां कि हुण तक जिहड़ियां ने उन्हां दा बहुत उच्चा थां है, वो उन्होंने उस वेले रच के ते वर्ल्ड लैवल ते सिखिज्म नूं लियाउण दी कोशिश की। जिहड़ियां गलत फहमियां सन, गलत व्याख्यावां होईयां सन, उन्हां दे बारे भंबल भूसे जिहड़े ने इन्हां ने दूर कीते। और प्रिंसीपल तेजा सिंह ने एक जिहड़ा बहुत वड्डा काम कीता, इन्हां ने भी इंग्लिश ट्रांसलेशन पहली बारी शुरू की सी गुरु ग्रंथ साहब की किसी सिख विद्वान द्वारा, परंतु ये सिर्फ माझ दी वार तक कर पाए। वो गुरु ग्रंथ साहब का जिहड़ा टीका है माझ दी वार तक, माझ राग तक, वो पंजाबी यूनीवर्सिटी पटियाला ने छाप दिता है इन्हां दा इनकंप्लीट। परंतु जिहड़ा इन्हां ने बहुत वधिया काम किया वो है शब्दार्थ पोथियां। ये 4 भागां दे विच गुरु ग्रंथ साहब दीयां 4 पोथियां मिलदियां सानूं, और ये चारे अवेलेबल ने श्रोमणी कमेटी कोल भी और दिल्ली गुरुद्वारा प्रबंधक कमेटी कोल। दिल्ली प्रबंधक कमेटी का तो मैनूं इत्थों तक जानकारी मिली है कि जेकर कोई गुरसिख कहे कि मैं पढ़ांगा इनू ध्यान नाल तो वो फ्री भी देंदे है। हाँ जी,
ਹੋ ਸਕਦਾ ਆਊਟ ਆਫ ਸਟਾਕ ਹੋਏ। ਅੱਛਾ, ਇਹ ਮੈਨੂੰ ਨਹੀਂ ਪਤਾ ਕਿ ਇਸ ਵੇਲੇ ਅਵੇਲੇਬਲ ਨੇ ਕਿ ਨਹੀਂ, ਕਿਉਂਕਿ ਉਹਨਾਂ ਦੀ ਡਿਮਾਂਡ ਬੜੀ ਰਹਿੰਦੀ ਹੈ, ਉਹ ਖਤਮ ਹੋ ਜਾਂਦੀਆਂ, ਫਿਰ ਨਵਾਂ ਐਡੀਸ਼ਨ ਆ ਜਾਂਦਾ ਉਹਦਾ। ਮੇਰਾ ਕਹਿਣ ਦਾ ਮਤਲਬ ਇਹ ਕਿ ਇਹ ਜਿਹੜੀਆਂ 4 ਪੋਥੀਆਂ ਨੇ, ਇਹ ਘੱਟੋ ਘੱਟ ਜਿਹੜੇ ਅਸੀਂ ਯੂਨੀਵਰਸਿਟੀ ਵਾਲੇ ਹਾਂ, ਅਸੀਂ ਤਾਂ 5 ਮਿੰਟ ਲਈ ਵੀ ਇਹਨਾਂ ਪੋਥੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਸਾਡਾ। ਇਹ ਇੰਨੀਆਂ ਵੈਲਿਊਏਬਲ ਨੇ, ਹਰ ਸਿੱਖ ਨੂੰ ਆਪਣੇ ਘਰ ਵਿੱਚ ਰੱਖਣੀਆਂ ਚਾਹੀਦੀਆਂ। ਇਹਦੇ 'ਚ ਜਿਹੜੇ ਜਿੰਨਾ ਪਾਠ ਇੱਕ ਸਫ਼ੇ ਤੇ ਆਇਆ ਨਾ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ, ਮੈਂ ਪਹਿਲਾਂ ਕਿਹਾ, ਉਹਨਾਂ ਪਾਠ ਇੱਕ ਪੰਨੇ ਤੇ ਦੇ ਕੇ ਸਾਹਮਣੇ ਪਾਸੇ ਉਹਦੇ ਅਰਥ ਦਿੱਤੇ ਨੇ, ਪਦ ਅਰਥ, ਸਿਰਫ ਪਦ ਅਰਥ, ਟੀਕਾ ਨਹੀਂ ਹੈ ਇਹ। ਮੈਂ ਟੀਕੇ ਦਾ ਅਰਥ, ਟੀਕੇ ਦਾ ਭੇਦ ਕਰ ਚੁੱਕਿਆ, ਇਹਦੇ 'ਚ ਸਿਰਫ ਪਦ ਅਰਥ ਨੇ, ਔਰ ਬੜੇ ਇਹੋ ਜਿਹੇ ਢੰਗ ਨਾਲ ਦਿੱਤੇ ਨੇ, ਸਰਲ ਢੰਗ ਨਾਲ, ਕਿ ਉਹ ਪੜ੍ਹਨ ਤੋਂ ਬਾਅਦ ਬਾਣੀ ਦੀ ਪੂਰੀ ਸਮਝ ਪਾਠਕ ਨੂੰ ਆ ਜਾਂਦੀ ਹੈ। ਔਰ ਬੜੀ ਅੱਛੀ ਚੀਜ਼ ਹੈ, ਕਿਉਂਕਿ ਪ੍ਰੋਫੈਸਰ ਸਾਹਿਬ ਸਿੰਘ ਦੇ 10 ਵਾਲੀਅਮ ਨੇ, ਇੰਨਾ ਵੱਡਾ ਵਾਲੀਅਮ ਹੈ, ਉਹ ਸਾਂਭਣਾ ਵੀ ਔਖਾ, ਘਰਾਂ 'ਚ ਰੱਖਣਾ ਵੀ ਔਖਾ, ਤਾਂ ਲੋੜ ਉਹਦੀ ਵੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਇੰਪੋਰਟੈਂਟ ਨਹੀਂ ਹੈ, ਉਹਦੇ 'ਚ ਤੁਹਾਨੂੰ ਡਿਟੇਲ 'ਚ ਵਿਆਖਿਆ ਮਿਲਦੀ ਹੈ, ਉਹਦੀ ਆਪਣੀ ਇੱਕ ਜਗ੍ਹਾ ਹੈਗੀ ਹੈ, ਪਰੰਤੂ ਇਹ ਜਿਹੜੇ 4 ਵਾਲੀਅਮ ਨੇ ਸ਼ਬਦਾਰਥ ਵਾਲੇ, ਇਹ ਮੋਰ ਕਨਵੀਨੀਐਂਟ ਨੇ। ਇਹਨਾਂ ਨੂੰ ਆਪਾਂ ਦਫ਼ਤਰ 'ਚ ਰੱਖ ਸਕਦੇ ਹਾਂ, ਲਾਇਬ੍ਰੇਰੀ 'ਚ ਰੱਖ ਸਕਦੇ ਹਾਂ, ਆਪਣੇ ਬੈੱਡਰੂਮ ਦੀ ਕਿਸੇ ਅਲਮਾਰੀ 'ਚ ਰੱਖ ਸਕਦੇ ਹਾਂ, ਜਦੋਂ ਲੋੜ ਪਵੇ ਕਿਸੇ ਚੀਜ਼ ਨੂੰ ਦੇਖਣ ਦੀ, ਉਹ ਅਸੀਂ ਦੇਖ ਸਕਦੇ ਹਾਂ। 2-4 ਚੀਜ਼ਾਂ ਮੈਂ ਹੋਰ ਦੱਸ ਕੇ, ਮੈਨੂੰ ਲੱਗ ਰਿਹਾ ਕਿ ਟਾਈਮ ਹੋ ਗਿਆ, ਬੜੇ ਤੁਹਾਡੇ ਕੰਮ ਆਉਣਗੀਆਂ। ਅੱਜ ਕੱਲ੍ਹ ਇੱਕ CD ਮਿਲ ਜਾਂਦੀ ਹੈ, ਕੁਲਬੀਰ ਸਿੰਘ ਥਿੰਦ ਦੀ ਤਿਆਰ ਕੀਤੀ ਹੋਈ CD। ਉਹ CD ਦੇ ਉੱਤੇ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਔਰ ਸਾਹਿਬ ਸਿੰਘ ਦਾ ਸਾਰਾ ਟੀਕਾ, ਔਰ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਸ਼ਨ ਗੁਰੂ ਗ੍ਰੰਥ ਸਾਹਿਬ ਦੀ, ਹਿੰਦੀ ਦੇ ਵਿੱਚ ਵੀ ਟਰਾਂਸਲੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਮਿਲ ਜਾਂਦੀ ਹੈ। ਔਰ ਬੜੀ ਚੰਗੀ ਗੱਲ ਇਹ ਹੈ, ਕੁਲਬੀਰ ਸਿੰਘ ਥਿੰਦ ਨੂੰ ਜੇ ਤੁਸੀਂ ਕੰਟੈਕਟ ਕਰ ਲਓ ਆਨਲਾਈਨ, ਥਰੂ ਆਨਲਾਈਨ, ਤੁਹਾਨੂੰ ਉਹ ਫ੍ਰੀ ਦਿੰਦੇ ਨੇ, ਉਹ CD ਤੁਹਾਨੂੰ ਫ੍ਰੀ ਭੇਜਦੇ ਨੇ USA ਤੋਂ। ਸ਼ਾਇਦ ਉਹ ਹੁਣ ਆਨਲਾਈਨ ਵੀ ਅਵੇਲੇਬਲ ਕਰ ਦਿੱਤੀ ਹੈ, ਸ਼ਾਇਦ ਕਰ ਦਿੱਤੀ, ਤਾਂ ਉਹ ਟੂਲ ਵੀ ਤੁਹਾਨੂੰ ਆਪਣੇ ਘਰਾਂ 'ਚ, ਕਿਉਂਕਿ ਅੱਜ ਕੱਲ੍ਹ ਲਗਭਗ ਸਾਰਿਆਂ ਦੇ ਘਰਾਂ ਦੇ ਵਿੱਚ ਇੰਟਰਨੈਟ, ਕੰਪਿਊਟਰ ਹੈਗੇ ਨੇ। ਦੂਜੇ ਨੰਬਰ ਤੇ ਦੇਖੋ, ਗੁਰਮਤ ਕਾਲਜ ਦਾ ਉਦੇਸ਼ ਹੈ ਤੁਹਾਡਾ ਗੁਰਬਾਣੀ ਨਾਲ ਪਿਆਰ ਪਾਉਣਾ। ਚੇਅਰਮੈਨ ਸਾਹਿਬ, ਪਿਆਰ ਪਾਉਣਾ, ਪਿਆਰ ਤਾਂ ਪਏਗਾ ਜੇ ਪੋਥੀਆਂ ਆਪਣੇ ਸਿਰਹਾਣੇ ਰੱਖ ਕੇ ਸੋਇਆ ਕਰੋ, ਤੇ ਜਦੋਂ ਲੋੜ ਪਵੇ ਕੁਝ ਚੀਜ਼ਾਂ ਵੇਖਿਆ ਕਰੋ, ਤੁਹਾਡਾ ਇੰਟਰਸਟ ਕ੍ਰੀਏਟ ਹੋ ਜਾਏਗਾ। ਇੱਕ ਕਿਤਾਬ ਕਿਤੇ ਲੈ ਛੱਡੋ, ਉਹਨੂੰ ਅਸੀਂ ਕਹਿੰਦੇ ਆ ਤੁਕ ਤਤਕਰਾ। ਤੁਕ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਕਾਲੀ ਕੌਰ ਸਿੰਘ ਦਾ। ਕੋਈ ਪੰਕਤੀ ਹੈ, ਕੋਈ ਪੰਕਤੀ ਬੋਲੋ, ਤੁਹਾਨੂੰ ਉਹ ਕਿੰਨੇ ਪੰਨੇ ਤੇ ਆ ਉਹ ਦੱਸ ਦੇਗੀ ਕਿਤਾਬ। ਮੰਨ ਲਓ ਲੱਖ ਖੁਸ਼ੀਆਂ ਪਾਤਸ਼ਾਹੀਆਂ, ਇਹ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਪੰਨੇ ਤੇ ਹੈ, ਉਹ ਕਿਤਾਬ ਖੋਲੋ, ਉਹ 1 ਸੈਕਿੰਡ 'ਤੇ ਤੁਹਾਨੂੰ ਦੱਸ ਦੇਗੀ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਪੰਨੇ ਤੇ ਹੈ। ਫਿਰ ਸਾਨੂੰ ਕੀ ਮਦਦ ਮਿਲੇਗੀ? ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਆਪਣੇ ਕੋਲ ਨੇ, ਸ਼ਬਦਾਰਥ ਪੋਥੀਆਂ, ਆਪਾਂ ਉਸ ਪੰਨੇ ਤੇ ਜਾਵਾਂਗੇ, ਉਹਦੇ ਅਰਥ ਵੇਖ ਲਾਂਗੇ। ਹੋਈ ਨਾ ਵਧੀਆ ਗੱਲ? ਹੁਣ ਕਈ ਵਾਰੀ ਗੱਲ ਹੁੰਦੀ ਹੈ ਕਿ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਪਾਪੂਲਰ ਹੈ ਨਾ, ਮੈਂ ਤਾਂ ਲਿਆ ਕਿ ਇਹੋ ਜਿਹੀਆਂ ਹੋਰ ਪੰਕਤੀਆਂ ਚਾਹੀਦੀਆਂ। ਸਾਡਾ ਦਿਲ ਕਰਦਾ ਕਿ ਇਹੋ ਜਿਹੀਆਂ ਹੋਰ ਪੰਕਤੀਆਂ ਪੜ੍ਹੀਏ, ਸ਼ੁਕਰਾਨੇ ਵਾਲੀਆਂ। ਇਹ ਕਿੱਦਾਂ ਲੱਭਣਗੀਆਂ? ਉਹਦੇ ਵਾਸਤੇ ਸਾਡੇ ਕੋਲ ਇੱਕ ਕਿਤਾਬ ਹੈ, ਉਹਦਾ ਨਾਮ ਲਿਖ ਲਓ, ਗੁਰੂ ਗ੍ਰੰਥ ਵਿਚਾਰ ਕੋਸ਼। ਗੁਰੂ ਗ੍ਰੰਥ ਵਿਚਾਰ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ। ਇੱਕ ਵਿਸ਼ੇ ਦੇ ਥੱਲੇ ਕਈ ਪੰਕਤੀਆਂ ਦੇ ਦਿੱਤੀਆਂ। ਫਾਰ ਐਗਜ਼ਾਮਪਲ ਨਾਮ ਹੈਡਿੰਗ ਦੇ ਦਿੱਤਾ ਨਾ, ਤੇ ਥੱਲੇ ਉਹਦੇ 100 ਪੰਕਤੀਆਂ ਨਾਮ ਨਾਲ ਜਿਹੜੀਆਂ ਰਿਲੇਟਡ ਇੰਪੋਰਟੈਂਟ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਸੀਂ ਅੱਜ ਜਿਹੜੇ ਲੈਕਚਰ ਤਿਆਰ ਕਰਦੇ ਹਾਂ ਨਾ ਤੁਹਾਡੇ ਸਾਹਮਣੇ ਆ ਕੇ, ਇਹ ਅਸੀਂ ਉਹਦੀ ਹੈਲਪ ਲੈਂਦੇ ਹਾਂ। ਤੁਹਾਨੂੰ ਦੱਸ ਦਈਏ, ਵੈਸੇ ਉਸਤਾਦ ਲੋਕ ਦੱਸਦੇ ਨਹੀਂ, ਪਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਉਸਤਾਦ ਬਣ ਜਾਓ। ਠੀਕ ਹੈ ਜੀ। ਇੱਕ ਹੋਰ ਗ੍ਰੰਥ ਹੈ, ਜੇ ਇਸ ਤੋਂ ਵੀ ਡਿਟੇਲ 'ਚ ਜਾਣਾ ਹੈ, ਇਹ ਛੋਟੀ ਜਿਹੀ ਕਿਤਾਬ ਹੈ ਜਿਹੜੀ ਮੈਂ ਪਹਿਲਾਂ ਦੱਸੀ ਹੈ, ਗੁਰੂ ਗ੍ਰੰਥ ਵਿਚਾਰ ਕੋਸ਼। ਜੇ ਤੁਸੀਂ ਹੋਰ ਵਿਚਾਰ ਵਿੱਚ ਜਾਣਾ ਚਾਹੁੰਦੇ ਹੋ ਤਾਂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 6 ਵਾਲੀਅਮ ਦੇ ਵਿੱਚ ਇੱਕ ਗ੍ਰੰਥ ਤਿਆਰ ਕੀਤਾ। ਉਹ ਸਾਰਾ ਗ੍ਰੰਥ ਮੇਰੇ ਥਰੂ ਹੀ ਤਿਆਰ ਹੋਇਆ। ਉਹ ਹੈ ਗੁਰਬਾਣੀ ਤਤ ਸਾਗਰ। 3000 ਰੁਪਏ ਦਾ ਵਾਲੀਅਮ ਹੈ ਉਹ, 6 ਵਾਲੀਅਮ ਗੁਰਬਾਣੀ ਤਤ ਸਾਗਰ। ਕਿ ਇੱਕ ਇੱਕ ਵਿਸ਼ਾ ਲੈ ਕੇ ਗੁਰਬਾਣੀ ਦੀਆਂ ਜਿੰਨੀਆਂ ਪੰਕਤੀਆਂ ਆਈਆਂ ਨੇ ਉਹ ਸਾਰੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ। ਉਹ ਕਥਾਵਾਚਕਾਂ ਲਈ, ਲੈਕਚਰ ਤਿਆਰ ਕਰਨ ਵਾਲਿਆਂ ਲਈ, ਸਟੂਡੈਂਟਸ ਲਈ ਜਾਂ ਜਗਿਆਸੂਆਂ ਲਈ ਬੜੀ ਹੀ ਲਾਹੇਵੰਦੀ ਪੁਸਤਕ ਹੈ। ਇੱਕ ਹੋਰ ਪੁਸਤਕ ਮੇਰੇ ਥਰੂ ਹੀ ਤਿਆਰ ਹੋ ਰਹੀ ਹੈ, ਉਹ ਵੀ ਵੱਡਾ ਪ੍ਰੋਜੈਕਟ ਹੈ, 3 ਵਾਲੀਅਮ ਦੇ ਵਿੱਚ ਆਏਗੀ। ਜਿਵੇਂ ਗੁਰਬਾਣੀ ਤਤ ਸਾਗਰ ਹੈ ਨਾ, ਇਸੇ ਤਰ੍ਹਾਂ ਭਾਈ ਗੁਰਦਾਸ ਤਤ ਸਾਗਰ, ਇਹ 3 ਵਾਲੀਅਮ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਥੋੜ੍ਹੇ ਦਿਨਾਂ ਦੇ ਵਿੱਚ ਉਹ ਪਬਲਿਸ਼ ਹੋ ਜਾਏਗੀ। ਔਰ ਉਹਦੇ 'ਚ ਭਾਈ ਗੁਰਦਾਸ, ਜਿੱਦਾਂ ਅਸੀਂ ਕਿਹਾ ਕਿ ਗੁਰਬਾਣੀ ਦੀ ਕੁੰਜੀ ਉਹਨੂੰ ਕਿਹਾ ਗਿਆ, ਉਹ ਉਸੇ ਤਰ੍ਹਾਂ ਦੇ ਵਿਸ਼ੇ ਬਣਾ ਕੇ ਕਿ ਭਾਈ ਗੁਰਦਾਸ ਨੇ ਇਹਨਾਂ ਬਾਰੇ ਕੀ ਕੀ ਲਿਖਿਆ, ਉਹ ਵਿਸ਼ੇ ਵਾਈਜ਼ ਕਰ ਦਿੱਤਾ ਹੈ। ਇਸੇ ਤਰ੍ਹਾਂ ਇੱਕ ਹੋਰ ਹੈ ਗ੍ਰੰਥ, ਉਹਨੂੰ ਵੀ ਖਰੀਦਣ ਦੀ ਕੋਸ਼ਿਸ਼ ਕਰੋ। ਉਹ ਹੈ ਗੁਰਬਾਣੀ ਸੰਕੇਤ ਕੋਸ਼, ਨਾ ਗੁਰੂ ਗ੍ਰੰਥ ਸਾਹਿਬ ਸੰਕੇਤ ਕੋਸ਼। ਸੰਕੇਤ ਕੋਸ਼ ਵਿੱਚ ਕੀ ਹੈ, ਜਿਵੇਂ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਮਿਥਿਹਾਸਕ ਸੰਕੇਤ ਨੇ। ਧਰੂ ਭਗਤ ਦੀ ਗੱਲ ਹੈ, ਪ੍ਰਹਿਲਾਦ ਦੀ ਗੱਲ ਹੈ। ਹੁਣ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਨੇ ਇਹ ਸੰਕੇਤ ਕਿਉਂ ਦਿੱਤਾ, ਇਹਨਾਂ ਦੀ ਵਡਿਆਈ ਕੀ ਹੈ। ਇਸੇ ਤਰੀਕੇ ਨਾਲ ਅਜਾਮਲ ਕੌਣ ਸੀ, ਉਹ ਗਨਿਕਾ ਕੌਣ ਸੀ, ਇਹ ਧੌਲ ਧਰਮ ਦਇਆ ਕਾ ਪੂਤ ਜਿਹੜਾ ਕਿਹਾ, ਇਹ ਕੀ ਹੈ, ਇਹਦੇ ਬਾਰੇ ਮਿੱਥ ਕੀ ਹੈ। ਇਹੋ ਜਿਹੇ ਜਿਹੜੇ ਮਿਥਿਹਾਸਕ ਸੰਕੇਤ ਨੇ, ਇਸ ਕੋਸ਼ ਦੇ ਵਿੱਚ ਇਨ ਬਰੀਫ ਉਹਨਾਂ ਦੀ ਸਟੋਰੀ ਦਿੱਤੀ ਗਈ ਹੈ। ਯੁਧਿਸ਼ਟਰ ਕੌਣ ਸੀ, ਸੀਤਾ ਕੌਣ ਸੀ, ਕਿਉਂਕਿ ਇਹ ਸਾਰੇ ਸੰਕੇਤ ਬਾਣੀ ਦੇ ਵਿੱਚ ਆਏ ਨੇ। ਇਸ ਕਰਕੇ ਕਿ ਪਾਠਕ ਨੂੰ ਇਹਨਾਂ ਬਾਰੇ ਪੂਰੀ ਡਿਟੇਲ ਸਮਝ ਆ ਜਾਏ ਕਿ ਇਹ ਸੰਕੇਤ ਜਿਹੜਾ ਇੱਥੇ ਦਿੱਤਾ ਗਿਆ, ਹਵਾਲਾ ਗੁਰਬਾਣੀ 'ਚ ਦਿੱਤਾ ਗਿਆ, ਉਹ ਕਿਸ ਪਰਥਾਏ ਹੈ। ਨਹੀਂ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ। ਹੁਣ ਇੱਕ ਚੀਜ਼ ਹੋਰ, ਕਈ ਥਾਵਾਂ ਤੇ ਤੁਸੀਂ ਇਸ ਤਰ੍ਹਾਂ ਦੇ ਲੇਖ ਪੜ੍ਹੇ ਹੋਣੇ ਆ ਕਿ ਰਾਮ ਸ਼ਬਦ ਜਿਹੜਾ ਨਾ, ਅੱਜ ਪਿੱਛੇ ਜੀ ਇੱਕ ਲੇਖ ਬੜਾ ਪ੍ਰਚਲਿਤ ਹੋਇਆ ਕਿ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਵਾਰੀ ਆਇਆ, ਮੈਨੂੰ ਯਾਦ ਨਹੀਂ ਕਿੰਨੀ ਵਾਰੀ ਆਇਆ, ਪਤਾ ਨਹੀਂ 900 ਵਾਰੀ ਕਿਸੇ ਨੇ ਕਿਹਾ ਕਿ 900 ਵਾਰੀ ਆਇਆ। ਇਹ ਭਲਾ ਕਿਵੇਂ ਗਿਣਦੇ ਆ, ਕਿਸੇ ਨੂੰ ਪਤਾ? ਅੱਜ ਕੱਲ੍ਹ ਤਾਂ ਸ਼ਾਇਦ ਸੌਫਟਵੇਅਰ ਵੀ ਤਿਆਰ ਹੋ ਗਿਆ, ਪਰੰਤੂ ਇਹ ਉਦੋਂ ਦੀਆਂ ਗੱਲਾਂ ਚੱਲਦੀਆਂ ਜਦੋਂ ਸੌਫਟਵੇਅਰ ਕੰਪਿਊਟਰਾਈਜ਼ ਨਹੀਂ ਸੀ। ਹੁਣ ਉਹਦੇ ਲਈ ਵੀ ਇੱਕ ਕਿਤਾਬ ਬਣੀ ਹੋਈ ਹੈ ਜਿਹਦੇ 'ਚ ਇੱਕ ਇੱਕ ਸ਼ਬਦ ਦਾ ਦੱਸ ਦਿੱਤਾ ਕਿ ਗੁਰਬਾਣੀ 'ਚ ਕਿੰਨੇ ਟਾਈਮ ਆਇਆ ਇਹ ਵਰਡ। ਇਹ ਨਵੀਂ ਜਾਣਕਾਰੀ ਮਿਲ ਰਹੀ ਤੁਹਾਨੂੰ, ਜ਼ਿਆਦਾ ਲੋਕਾਂ ਨੂੰ, ਕੁਝ ਨੂੰ ਤਾਂ ਪਹਿਲਾਂ ਪਤਾ ਹੋਏਗੀ। ਉਹ ਗ੍ਰੰਥ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਅਨੁਕਰਮਣਿਕਾ। ਹੁਣ ਸ਼ਬਦ ਔਖਾ ਹੈ, ਅਨੁਕਰਮਣਿਕਾ, ਇੰਡੈਕਸ ਜਿਹਨੂੰ ਕਹਿੰਦੇ ਨਾ ਇੰਗਲਿਸ਼ ਦੇ ਵਿੱਚ, ਉਹਦੀ ਪੰਜਾਬੀ ਕੀਤੀ ਹੈ ਅਨੁਕਰਮਣਿਕਾ। ਜਿਵੇਂ ਓਂਕਾਰ ਸ਼ਬਦ ਹੈ, ਉਹਦੇ 'ਚ ਦੱਸ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਕਿਹੜੇ ਪੰਨੇ ਦੇ ਉੱਤੇ ਓਂਕਾਰ ਸ਼ਬਦ ਫਿਰ ਕਿੰਨੇ ਰੂਪਾਂ ਵਿੱਚ ਆਇਆ। ਕਿਤੇ ਤੇ ਔਂਕੜ ਤੋਂ ਬਿਨਾਂ ਰਾਰਾ ਆਇਆ ਮੁਕਤਾ, ਕਿਤੇ ਔਂਕੜ ਨਾਲ, ਕਿਤੇ ਸਿਹਾਰੀ ਨਾਲ। ਸਿਹਾਰੀ ਨਾਲ ਕਿੱਥੇ ਕਿੱਥੇ ਆਇਆ, ਔਂਕੜ ਨਾਲ ਕਿੱਥੇ ਕਿੱਥੇ ਆਇਆ, ਮੁਕਤਾ ਕਿੰਨੀ ਆ। ਔਰ ਉਹ ਤੁਸੀਂ ਗਿਣ ਕੇ, ਉਹ ਬੜਾ ਇੰਟਰਸਟਿੰਗ, ਇਹ ਤੁਹਾਨੂੰ ਤਾਂ ਕਰ ਰਿਹਾ ਕਿ ਤੁਹਾਡਾ ਇੰਟਰਸਟ ਕ੍ਰੀਏਟ ਹੋਵੇ, ਬਾਣੀ ਅਧਿਐਨ ਵੱਲ ਤੁਸੀਂ ਲੱਗ ਜਾਓ। ਸਾਡੀ ਕਲਾਸ ਤਾਂ ਸਫਲ ਹੈ ਕਿ ਜੇ ਤੁਸੀਂ ਅਧਿਐਨ ਕਰਾ ਕੇ, ਜਿਵੇਂ ਉਹ ਗੁਰੂ ਸਾਹਿਬ ਨੇ ਡਿਊਟੀ ਲਾਈ ਨਾ ਨਿਰਮਲਿਆਂ ਦੀ, ਕਿ ਆਪ ਪੜ੍ਹ ਕੇ ਦੂਜਿਆਂ ਨੂੰ ਪੜ੍ਹਾਓ। ਤੋ ਵੀਰ ਜੀ ਇੱਥੇ ਆਏ ਨੇ ਅਹਿਮਦਾਬਾਦ ਤੋਂ, ਮੇਰੇ ਨਾਲ ਉਹਨਾਂ ਨੇ ਖੁਸ਼ੀ ਸਾਂਝੀ ਕੀਤੀ। ਉਹ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਸ਼ੁਰੂ ਕਰ ਰਹੇ ਹੋ, ਅਸੀਂ ਅਹਿਮਦਾਬਾਦ ਸ਼ੁਰੂ ਕਰ ਰਹੇ ਹਾਂ। ਇਹ ਗੱਲ ਮੈਂ ਕੱਲ੍ਹ ਵੀ ਕਰਨੀ ਸੀ, ਮੇਰੀ ਕੱਲ੍ਹ ਰਹਿ ਗਈ, ਕਿ ਤੁਸੀਂ ਜਿੰਨੇ ਇੱਥੇ ਆਏ ਹੋ ਨਾ, 1 ਮਿੰਟ ਵਾਸਤੇ ਆਪਣੀਆਂ ਬਿਰਤੀਆਂ ਇਕਾਗਰ ਕਰੋ, ਸਾਵਧਾਨ ਹੋ ਕੇ ਬੈਠੋ। ਤੁਸੀਂ ਜਿੰਨੇ ਆਏ ਹੋ, ਤੁਸੀਂ ਗੁਰੂ ਨਾਨਕ ਦੇ ਦੂਤ ਬਣਨਾ, ਅੰਬੈਸਡਰ ਆਫ ਗੁਰੂ ਨਾਨਕ। ਗੁਰਮਤਿ ਕਾਲਜ ਚੋਂ ਜਾਓਗੇ ਜਦੋਂ,
ਅੱਜ ਤੋਂ ਹੀ अपना बिहेवियर चेंज करना शुरू कर लो। तुसी गुरु नानक दे अंबैसडर चुन ले गए हो, यू हैव टू चेंज, तुहाडी रिस्पोंसिबिलिटी है, यू आर चोजन पीपल। गुरमत कॉलेज दिल्ली दे विच 10 साल कोर्स चलता रहेगा, हो सकता 20 साल चलता रहे, परंतु एक गल ध्यान नाल सुन लियो, सारिਆਂ ਨੂੰ मौका कदी नहीं मिलेगा। तुसी अपने आप ਨੂੰ वडभागी समझो, ਤੁਹਾਨੂੰ ਕਿਸੇ भी तरीके नाल इत्थे मौका मिल गया है। और मैं देखदा इत्थे आके कुछ ਇਹੋ ਜਿਹੇ सज्जण इत्थे हाज़र ने ਜਿਹੜੇ पता नहीं पिछले 5-5 6-6 कोर्सां तो लगातार आ रहे हैं। एक ऐसा टेस्ट बन जाएगा तुहाडा 50 लैक्चरां तो बाद कि तुहाडा दिल करेगा कि द्वारका वाले बैठे हो, तुसी बड़ा ही अच्छा काम कर रहे हो। मैं राती वेख के आया द्वारका दे विच, वो बीज है, वो वड्डा वृक्ष बनेगा। वाह जी वाह। तो इस तरीके नाल ये मैसेज गुरु नानक का असी पहुँचाना है, व्याख्या दे लई आप यतन करना है। बहुत सारे टूल ने, बजाए असी होर कोलों पढ़न जाइए, असी सारे पंजाबी तो घट्टो घट्ट पढ़ सकते हो ना, तो आप पढ़न का अध्ययन करन का रुझान बनाइए। व्याख्या के बारे आखिरी कमेंट करके कि व्याख्या कदी रुकदी नहीं, ये बदलती रहेगी, गुरबाणी उही रहेगी, क्योंकि जिस तरह का समाज है सानू उस तरीके नाल समाज नूं मुखातब होना पेगा। अज समाज बदलिया तो गुरमत कॉलेज ने वेखो जिहड़े आ सिलेबस दे विच टॉपिक तैयार कीते ने, कदी पहलां कदी किसी ने सोचे नहीं कि मैनेजमेंट के रूल्स पढ़ाए जा रहे हैं गुरबाणी के आधार पर। हुण मैनूं कल दस रहे सी नवां टॉपिक चुन लिया कि बिहेवियर, ह्यूमन बिहेवियर के उत्ते नवां लैक्चर रख लिया गुरबाणी दे विचों। ये ज्यों ज्यों टाइम चेंज हो रहा, साडी ऑडियंस चेंज हो रही है, सानू नवीं नवीं व्याख्या करनी पेगी, नवे नवे जिहड़े पक्ष ने गुरबाणी दे वो लियाने पैणगे। गुरबाणी की व्याख्या ही गुरबाणी नूं रैलेवेंट बनाउण दे विच उपयोगी सिद्ध होवेगी। इन्नियां क बेनतियां दे नाल तुहाडा सब दा बहुत धन्नवाद। तुसीं सब ने बड़े प्यार नाल सुनिया। चेयरमैन साहब का विशेष करके धन्नवाद जिन्हां ने मैनूं मौका दिता तुहाडे नाल कुछ विचारां साझीआं करन दा। अगों कदी मौका मिलिया फिर तुहाडे विच हाज़र होवांगे। भुल्लां चुक्कां दी माफ़ी। वाहिगुरू जी का खालसा। धन्यवाद डॉक्टर साहब, बहुत गुरमत कॉलेज वालों और इस कोर्स वालों मैं ऋणी हाँ आप जी का। दरअसल हुण इन्हां ने कोर्स बारे कोई गल कीती है। कोई 5-6 साल पहले एक आर्टिकल पढ़ रहा सी इंग्लिश विच, बैटर्ड रसल का। बड़े वड्डे फिलोसफर होए ने दुनिया दे, फिलोसफी दे इस तो वड्डा कोई होया नहीं बंदा। तो बैटर्ड रसल का एक जिक्र चलते चलते बैटर्ड रसल एक दिन कह रहा एक थां ते कि अगर कोई थर्ड वर्ल्ड वार इस दुनिया च हो जाए, सारी दुनिया नेस्तो नाबूद हो जाए, तो बच्ची दुनिया नूं अगर कोई बचा सकता है तो वह गुरु ग्रंथ साहब की फिलोसफी बचा सकती है। किसी ने उन्होंने पूछा कि तू ये थर्ड वर्ल्ड वार की गल कर रहे हैं, दुनिया नूं नेस्तो नाबूद ही कर रहे हैं, कि एट प्रेजेंट नहीं बचा सकता? कहता बचा सकता है, लेकिन इस दे कस्टोडियन सिख इस गल तो कभी माफ़ नहीं किए जा सकते कि इन्होंने गुरु ग्रंथ साहब की फिलोसफी नूं दुनिया च फैलाया नहीं है। उस दिन एक कोर्स का ख्याल आया। यूनिवर्सिटियां के कुछ प्रोफैसर और कुछ अज वो VC भी ने, वाइस चांसलर ने पटियाला यूनिवर्सिटी के डॉक्टर जसपाल सिंह, मैंने याद है वो भी इस मीटिंग आए सी। उत्थों ही एक कोर्स की उत्पत्ति हुई सी। और जो अपने आस पास देखा तो यू बिलीव मी, मैं कल भी गल की सी, बाहर भी कर रहा सी कि असी पढ़ रहे हैं, बस सानू आप ही नहीं पता। इंडिया गेट स्कूल पिछे जान का मौका मिले पंजाबी लई, अज बड़ी वड्डी त्रासदी है साडे बच्चों नूं पंजाबी नहीं आ रही। उत्थे मैनू अपने आप
ਗਿਲਟੀ ਫੀਲ ਹੋ ਰਹੀ ਸੀ ਕਿ ਮੈਨੂੰ ਮੇਰੇ ਬੱਚਿਆਂ ਨੂੰ ਕਹਿਣਾ ਪੈ ਰਿਹਾ ਯਾਰ ਪੰਜਾਬੀ ਬੋਲੋ, ਔਰ ਮੈਨੂੰ ਆਪਣੀ ਕੌਮ ਦੇ ਬੰਦਿਆਂ ਨੂੰ ਸਾਨੂੰ ਕਹਿਣਾ ਪੈ ਰਿਹਾ ਯਾਰ ਗੁਰਬਾਣੀ ਸਮਝੋ। ਸ਼ਬਦ ਗੁਰੂ ਦੀ ਗੱਲ ਡਾਕਟਰ ਸਾਹਿਬ ਨੇ ਕੀਤੀ ਸੀ। ਤੇ ਸਾਡਾ ਇਸ ਕੋਰਸ ਦਾ ਇੱਕੋ ਇੱਕ ਮੰਤਵ ਹੈ, ਅਸੀਂ ਇਹ ਫਿਲਾਸਫੀ ਤਾਂ ਹੀ ਅੱਗੇ ਲਿਜਾ ਸਕਾਂਗੇ ਜੇ ਪਹਿਲੇ ਅਸੀਂ ਆਪ ਸਮਝਾਂਗੇ। ਔਰ ਇਸ ਕੋਰਸ ਦਾ ਇੱਕੋ ਇੱਕ ਇਹੀ 1 ਪੁਆਇੰਟ ਪ੍ਰੋਗਰਾਮ ਕਹਿ ਲਓ ਜਾਂ ਮੋਟੋ ਕਹਿ ਲਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਪਹਿਲੇ ਸਮਝੀਏ ਔਰ ਫਿਰ ਸਮਝਾਈਏ। ਤਾਂ ਹੀ ਯਕੀਨ ਮੰਨਾ, ਅੱਜ ਦਿੱਲੀ ਵਿੱਚ ਅਸੀਂ ਪਿੱਛੇ ਜੇ ਅਸੀਂ ਇੱਕ ਸੈਮੀਨਾਰ ਵੀ ਕੀਤਾ ਗੁਰਦੁਆਰਾ ਰਕਾਬਗੰਜ ਵਿੱਚ ਆਨੰਦ ਕਾਰਜ ਤੇ। ਹਰ ਚੌਥੇ ਪੰਜਵੇਂ ਘਰ ਦੇ ਵਿੱਚ ਪ੍ਰੋਬਲਮਸ ਨੇ, ਹਸਬੈਂਡ ਵਾਈਫ ਦੀਆਂ, ਬੱਚਿਆਂ ਦੇ ਵਿੱਚ ਪ੍ਰੋਬਲਮ ਨੇ। ਅੱਜ ਸਭ ਤੋਂ ਵੱਡੀ ਪ੍ਰੋਬਲਮ ਬਜ਼ੁਰਗਾਂ ਦੀ, ਵੱਡੇ ਵਡੇਰਿਆਂ ਦੀ, ਬੱਚੇ ਪੁੱਛ ਹੀ ਨਹੀਂ ਰਹੇ, ਗੱਲ ਹੀ ਨਹੀਂ ਕਰ ਰਹੇ। ਦੇ ਡੋਂਟ ਹੈਵ ਟਾਈਮ। ਬੱਚਿਆਂ ਨੂੰ ਜਦ ਤੱਕ ਗੁਰਬਾਣੀ ਬਾਰੇ ਸਮਝ ਨਹੀਂ ਪਏਗੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ ਇਹ ਨਹੀਂ ਪਤਾ ਲੱਗੇਗਾ, ਅਸੀਂ ਕੁਝ ਨਹੀਂ ਕਰ ਸਕਾਂਗੇ। ਠੀਕ ਹੈ, ਇਹ ਚੱਲ ਰਹੀ ਹੈ ਸ਼ਰਧਾ ਬੜੀ, ਗੁਰਦੁਆਰੇ ਵੀ ਵੱਧ ਰਹੇ ਨੇ, ਮੰਦਿਰ ਵੀ ਵੱਧ ਰਹੇ ਨੇ, ਬੜੇ ਬੜੇ ਨਿਰਮਲ ਬਾਬੇ ਪੈਦਾ ਹੋ ਰਹੇ ਨੇ। ਹੁਣ ਉਹ ਕੋਈ ਸੁਣਿਆ ਕੱਲ ਮੁਕੱਦਮੇ ਵੀ ਹੋ ਗਏ ਨੇ ਉਹਦੇ ਤੇ। ਬਹਰਹਾਲ ਸਾਡੀ ਇੱਕੋ ਇੱਕ ਵਿਆਖਿਆ ਪ੍ਰਣਾਲੀਆਂ ਦਾ ਜਿਹੜਾ ਸਾਨੂੰ ਇਹ ਲੈਕਚਰ ਵੀ ਇਸ ਲਈ ਰੱਖਿਆ ਕਿ ਆਪ ਜੀ ਨੂੰ ਇਹ ਨੌਲੇਜ ਹੋ ਜਾਏ ਕਿ ਬਹੁਤ ਕੁਝ ਅਵੇਲੇਬਲ ਹੈ, ਸਿਰਫ ਸਾਨੂੰ ਪਤਾ ਨਹੀਂ ਹੈ। ਤੋ ਇਹ ਸਾਰੀਆਂ ਵਿਆਖਿਆ ਪ੍ਰਣਾਲੀਆਂ, ਇੱਕ ਡਾਕਟਰ ਸਾਹਿਬ ਜਲਦੀ ਵਿੱਚ ਕਿਉਂਕਿ ਟਾਈਮ ਬੜਾ ਹੋ ਗਿਆ, ਮੈਂ ਬਾਹਰ ਵੀ ਗੱਲ ਕਰ ਰਿਹਾ ਸੀ, ਬੜੀਆਂ ਵਧੀਆ ਵਧੀਆ ਵਿਆਖਿਆ। ਡਾਕਟਰ ਮਨਮੋਹਨ ਸਿੰਘ ਦੀ ਇੱਕ ਹੈ, ਡਾਕਟਰ ਗੋਪਾਲ ਸਿੰਘ ਦੀ ਵੀ ਹੈ। ਡਾਕਟਰ ਮਨਮੋਹਨ ਸਿੰਘ ਦੀ ਮੈਨੂੰ ਪਤਾ ਨਹੀਂ ਇਸ ਲਈ ਅੱਛੀ ਲੱਗਦੀ ਕਿਉਂਕਿ ਉਹਦੇ ਚ ਨਾਲ ਇੰਗਲਿਸ਼ ਦੇ ਮੀਨਿੰਗਸ ਨੇ। ਔਰ ਸਾਡੇ ਬੱਚੇ, ਕਿਉਂਕਿ ਗੱਲ ਤਾਂ ਹੈ ਕਿ 500 ਸਾਲ ਪਹਿਲੇ ਦੀ ਪੰਜਾਬੀ ਔਰ ਹੁਣ ਦੀ ਪੰਜਾਬੀ ਜ਼ਮੀਨ ਹੈ, ਜਿਹੜੀਆਂ ਲੈਂਗੁਏਜਸ ਨੇ ਇਹਨਾਂ ਵਿੱਚ ਵੀ ਵਿਕਾਸ ਹੁੰਦਾ ਹੈ। ਔਰ ਫਿਰ ਕਿਸੇ ਵੀ ਧਰਮ ਗ੍ਰੰਥ ਨੂੰ ਅਗਰ ਟਾਈਮ ਦੇ ਅਨੁਸਾਰ ਉਹਦੀ ਇੰਟਰਪ੍ਰੀਟੇਸ਼ਨ ਨਾ ਕੀਤੀ ਜਾਏ ਤਾਂ ਫਿਰ ਉਹ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ। ਸਾਨੂੰ ਟਾਈਮ ਦੇ ਹਿਸਾਬ ਨਾਲ ਉਹਦੀਆਂ ਇੰਟਰਪ੍ਰੀਟੇਸ਼ਨਾਂ ਵੀ ਬਦਲਦੀਆਂ ਨੇ, ਮਾਹੌਲ ਬਦਲ ਜਾਂਦਾ, ਉਸ ਹਿਸਾਬ ਸਾਨੂੰ ਦੱਸਣਾ ਪੈਂਦਾ। ਤਾਂ ਸਾਡਾ ਸਿਰਫ ਇਹੀ ਮੰਤਵ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਹਿਜ ਪਾਠ ਦੇ ਵਿੱਚ ਆਈਏ, ਉਹਦੇ ਮਤਲਬ ਪੜ੍ਹੀਏ, ਉਹਨਾਂ ਦਾ ਮਤਲਬ ਸਮਝੀਏ, ਔਰ ਤਾਂ ਹੀ ਅਸੀਂ ਆਪਣੇ ਆਪ ਨੂੰ ਚੇਂਜ ਕਰ ਪਾਵਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।